ਹੈਲੋ एवरीवन ਵੈਲਕਮ ਟੂ ਕੈਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਪੋਲਿਟੀ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਐਮਸੀਕਿਊਜ਼ ਨੂੰ ਡਿਸਕਸ ਕਰਦੇ ਹਾਂ ਤੇ ਉਹ ਸਾਰੇ ਦੇ ਸਾਰੇ ਐਮਸੀਕਿਊਜ਼ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਫਸਟਲੀ ਅਗਰ ਤੁਹਾਨੂੰ ਸੀਰੀਜ਼ ਪਸੰਦ ਆਉਂਦੀ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਹੈ ਸੀਰੀਜ਼ ਨੂੰ ਐਂਡ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਤਾਂ ਜੋ ਜਿੰਨੀਆਂ ਵੀ ਨਿਊ ਵੀਡੀਓਜ਼ ਅਪਲੋਡ ਕਰੀਏ ਉਹ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ। ਸੋ ਆਪਾਂ ਅੱਜ ਦੀ ਜੋ ਸੀਰੀਜ਼ ਹੈ ਸੀਰੀਜ਼ ਜੋ ਲੈਕਚਰ ਨੰਬਰ 10 ਹੈ ਇਸ ਸੀਰੀਜ਼ ਦਾ ਪੋਲਿਟੀ ਦਾ, ਜਿਵੇਂ ਤੁਹਾਨੂੰ ਆਲਰੇਡੀ ਪਤਾ ਹੋਏਗਾ ਅਗਰ ਤੁਸੀਂ ਮੇਰੀਆਂ ਪਹਿਲੀਆਂ ਵੀਡੀਓਜ਼ ਦੇਖੀਆਂ ਤਾਂ ਤੁਹਾਨੂੰ ਪਤਾ ਹੋਏਗਾ ਕਿ ਹਰ ਇੱਕ ਕੁਐਸਚਨ ਨੂੰ ਪੂਰੀ ਡਿਟੇਲ ਦੇ ਨਾਲ ਡਿਸਕਸ ਕੀਤਾ ਜਾਂਦਾ ਹੈ। ਜਿੰਨੇ ਐਡੀਸ਼ਨਲ ਫੈਕਟਰਸ ਨੇ ਜਾਂ ਪੁਆਇੰਟਸ ਨੇ ਉਹ ਤੁਹਾਨੂੰ ਰਾਈਟ ਡਾਊਨ ਕਰਵਾਏ ਜਾਂਦੇ ਨੇ। ਇਸ ਤੋਂ ਇਲਾਵਾ ਜੋ ਵੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਨਹੀਂ ਅੱਛੀ ਲੱਗਦੀ ਜੋ ਵੀ ਕੰਟੈਂਟ ਬਾਰੇ ਹੈ ਤੁਸੀਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਆਪਣਾ ਰਿਵਿਊ ਜ਼ਰੂਰ ਦੇਣਾ ਤਾਂ ਜੋ ਅਸੀਂ ਹੋਰ ਵੱਧ ਤੋਂ ਵੱਧ ਤੁਹਾਨੂੰ ਕੰਟੈਂਟ ਪ੍ਰੋਵਾਈਡ ਕਰਵਾ ਸਕੀਏ। ਸੋ ਲੈਟਸ ਸਟਾਰਟ। ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ। ਅੱਜ ਦੀ ਸੀਰੀਜ਼ ਦੀ 10th ਲੈਕਚਰ ਦਾ ਫਰਸਟ ਕੁਐਸਚਨ ਹੈ, ਉਹਨੂੰ ਦੇਖਦੇ ਹਾਂ ਕਿ ਕੀ ਪੁੱਛਿਆ ਗਿਆ ਫਰਸਟ ਕੁਐਸਚਨ ਦੇ ਵਿੱਚ। ਫਰਸਟ ਕੁਐਸਚਨ ਕੀ ਅੱਜ ਦੀ ਸੀਰੀਜ਼ ਦਾ ਰਿਟ ਆਫ ਮੈਂਡੇਮਸ ਇਜ਼ ਅਵੇਲੇਬਲ ਫॉर द ਪਰਪਸ ਆਫ ਵਿਚ ਆਫ ਦ ਫॉलोइंग। ਕਹਿੰਦੇ ਇੱਕ ਰਿਟ ਜਾਰੀ ਕੀਤੀ ਜਾਂਦੀ ਹੈ ਕੋਰਟਸ ਦੇ ਵੱਲੋਂ, ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨਾਂ ਵੱਲੋਂ, ਜਿਹਦਾ ਨਾਮ ਹੈ ਮੈਂਡੇਮਸ ਰਿਟ। ਕਹਿੰਦੇ ਕਿਉਂ ਲਾਗੂ ਕਿਉਂ ਕੀਤੀ ਜਾਂਦੀ ਹੈ, ਠੀਕ ਹੈ, ਜਾਰੀ ਕਿਉਂ ਕੀਤੀ ਜਾਂਦੀ ਹੈ। ਜੋ ਮੈਂਡੇਮਸ ਰਿਟ ਹੈ ਇਹ ਕਿਉਂ ਜਾਰੀ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਮੈਂਡੇਮਸ ਰਿਟ ਹੈ ਇਹ ਦੋਨਾਂ ਕੋਰਟਸ ਕਿਹੜੇ ਕਿਹੜੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਨਾਂ ਵੱਲੋਂ ਜਾਰੀ ਕੀਤੀ ਜਾ ਸਕਦੀ ਹੈ। ਜੇ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਅੰਡਰ ਆਰਟੀਕਲ 32 ਐਂਡ ਜੇ ਅਗਰ ਹਾਈ ਕੋਰਟ ਦੀ ਗੱਲ ਕਰੀਏ ਤਾਂ ਹਾਈ ਕੋਰਟ ਅੰਡਰ ਆਰਟੀਕਲ 2 to 6 ਪੰਜ ਤਰੀਕੇ ਦੀਆਂ ਰਿਟਸ ਜਾਰੀ ਕਰ ਸਕਦੇ ਨੇ। ਕਿਹੜੀਆਂ ਰਿਟਸ ਹੁੰਦੀਆਂ ਨੇ ਜੀ? ਸਾਡੀ ਹਾਬਿਸ ਕਾਰਪਸ, ਟੂ ਹੈਵ ਅ ਬੋਡੀ। ਕੀ ਹੁੰਦਾ? ਟੂ ਹੈਵ ਅ ਬੋਡੀ। ਆਲਰੇਡੀ ਪ੍ਰੀਵੀਅਸ ਜੋ ਸਾਡੀ ਵੀਡੀਓਜ਼ ਨੇ ਉਹਨਾਂ ਦੇ ਵਿੱਚ ਕਰ ਚੁੱਕੀ ਹਾਂ। ਮੈਂਡੇਮਸ ਦਾ ਮਤਲਬ ਕੀ ਹੁੰਦਾ? ਵੀ ਕਮਾਂਡ। ਹੈਬਿਸ ਇਸ ਤੋਂ ਇਲਾਵਾ ਸਰਜਰੀ, ਟੂ ਸਰਟੀਫਾਈਡ, ਪ੍ਰੋਹਿਬਿਸ਼ਨ, ਟੂ ਫੋਰਬਿਡ। ਇਹ ਜੋ ਮੈਂ ਲਿਖ ਰਹੀ ਹਾਂ ਤੁਸੀਂ ਇਹ ਨਹੀਂ ਕਹਿਣਾ ਮੈਮ ਪਤਾ ਨਹੀਂ ਕੀ ਲਿਖੀ ਜਾਂਦੇ ਆ। ਆਲਰੇਡੀ ਮੈਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਡਿਸਕਸ ਕਰਵਾ ਚੁੱਕੀ ਹਾਂ, ਇਹਨਾਂ ਦੀ ਐਕਸਪਲੇਨੇਸ਼ਨ ਤੁਹਾਨੂੰ ਦੱਸ ਚੁੱਕੀ ਹਾਂ। ਤੇ ਸਾਡੀ 5th ਰਿਟ ਹੁੰਦੀ ਹੈ ਜੀ ਕਿਊਵਰੰਟੋ ਬਾਈ ਵਿਚ ਕਮਾਂਡ, ਠੀਕ ਹੈ ਜੀ, ਬਾਈ ਵਿਚ ਅਥਾਰਟੀ ਜਾਂ ਬਾਈ ਵਟ ਅਥਾਰਟੀ ਜਾਂ ਬਾਈ ਵਟ ਅਥਾਰਟੀ। ਇਹ ਪੰਜ ਤਰੀਕੇ ਦੀਆਂ ਰਿਟਸ ਜਾਰੀ ਕੀਤੀਆਂ ਜਾਂਦੀਆਂ ਸੁਪਰੀਮ ਕੋਰਟ ਵੱਲੋਂ ਤੇ ਹਾਈ ਕੋਰਟ ਵੱਲੋਂ ਡਿਫਰੈਂਟ ਆਰਟੀਕਲਸ ਦੇ ਅੰਡਰ। ਸੁਪਰੀਮ ਕੋਰਟ ਸਿਰਫ ਤੇ ਸਿਰਫ ਫੰਡਾਮੈਂਟਲ ਰਾਈਟਸ ਦੇ ਰਿਗਾਰਡਿੰਗ ਰਿਟ ਜਾਰੀ ਕਰ ਸਕਦੀ ਹੈ, ਬਟ ਜੋ ਸਾਡੀ ਹਾਈ ਕੋਰਟ ਹੈ ਉਹ ਫੰਡਾਮੈਂਟਲ ਰਾਈਟਸ ਦੇ ਨਾਲ ਅਦਰ ਸਬਜੈਕਟਸ ਦੇ ਲਈ ਵੀ ਰਿਟ ਜਾਰੀ ਕਰ ਸਕਦੀ ਹੈ। ਸੋ ਵਾਈਡ ਏਰੀਆ ਕਿਹਦੇ ਕੋਲ ਹੈ? ਹਾਈ ਕੋਰਟ ਵੱਲੋਂ। ਸੋ ਹੁਣ ਇੱਥੇ ਕੁਐਸਚਨ ਦੇ ਵਿੱਚ ਨਾ ਹਾਈ ਕੋਰਟ ਮੈਂਸ਼ਨ ਕੀਤਾ ਨਾ ਸੁਪਰੀਮ ਕੋਰਟ, ਬਸ ਇਹ ਪੁੱਛਿਆ ਗਿਆ ਕਿ ਜਿਹੜੀ ਇਹ ਮੈਂਡੇਮਸ ਰਿਟ ਹੈ, ਮੈਂਡੇਮਸ ਰਿਟ ਕਿਉਂ ਜਾਰੀ ਕੀਤੀ ਜਾਂਦੀ ਹੈ? ਅਗਰ ਕੋਈ ਗਵਰਨਮੈਂਟ ਅਫੀਸ਼ੀਅਲ ਆਪਣੀ ਡਿਊਟੀ ਨੂੰ ਅੱਛੇ ਤਰੀਕੇ ਦੇ ਨਾਲ ਪਰਫਾਰਮ ਨਹੀਂ ਕਰ ਪਾਉਂਦਾ ਤਾਂ ਕੋਰਟ ਉਸ ਨੂੰ ਕੀ ਕਰਦੀ ਹੈ? ਰਿਟ ਜਾਰੀ ਕਰਦੀ ਹੈ ਮੈਂਡੇਮਸ, ਵੀ ਤੂੰ ਆਪਣੀ ਡਿਊਟੀ ਨੂੰ ਧਿਆਨ ਨਾਲ ਕਰ, ਵੀ ਕਮਾਂਡ, ਠੀਕ ਹੈ, ਸਾਡੀ ਕਮਾਂਡ ਹੈ ਤੇਰੇ ਤੇ। ਸੋ ਪੁੱਛਿਆ ਕੀ ਕਿਹਾ ਕਿ ਇਹਨੇ ਫॉर व्हाट पर्पस, ਕਹਿੰਦੇ ਕਿਹੜੇ ਪਰਪਸ ਦੇ ਲਈ ਇਹ ਰਿਟ ਜਾਰੀ ਹੁੰਦੀ ਹੈ? ਫਸਟ ਹੈ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟ। ਦੇਖੋ ਫੰਡਾਮੈਂਟਲ ਰਾਈਟਸ ਦੇ ਲਈ ਤਾਂ ਇਹ ਰਿਟ ਜਾਰੀ ਹੁੰਦੀ ਹੀ ਹੁੰਦੀ ਹੈ, ਬਿਲਕੁਲ ਸਹੀ ਹੈ। ਨੈਕਸਟ ਕਹਿੰਦੇ ਕੰਪੈਲਿੰਗ ਅ ਕੋਰਟ or a judicial tribunals to exercise its jurisdiction when it has refused to exercise it। ਕਹਿੰਦੇ ਸੈਕੰਡ ਕਹਿੰਦੇ ਇਹ ਕਿਸੇ ਕੋਰਟ ਜਾਂ ਕਿਸੇ ਜੁਡੀਸ਼ੀਅਲ ਟ੍ਰਿਬਿਊਨਲਸ ਨੂੰ ਵੀ ਜਾਰੀ ਕੀਤੀ ਜਾ ਸਕਦੀ ਹੈ ਜੇ ਉਹ ਆਪਣਾ ਪਰਪਸ ਆਪਣਾ ਕੇਸ ਅੱਛੇ ਤਰੀਕੇ ਦੇ ਨਾਲ ਹੈਂਡਲ ਨਹੀਂ ਕਰ ਪਾਉਂਦੀ। ਥਰਡ ਕਹਿੰਦੇ ਡਾਇਰੈਕਟਿੰਗ ਅ ਪਬਲਿਕ ਆਫੀਸ਼ੀਅਲ or the government not to enforce a law but law which is unconstitutional। ਉਹੀ ਲੈ ਦੇ ਕੇ ਉਹੀ ਗੱਲ ਹੈ ਕਿ ਅਗਰ ਕੋਈ ਪਬਲਿਕ ਅਫੀਸ਼ੀਅਲ ਗਵਰਨਮੈਂਟ ਅਫੀਸ਼ੀਅਲ ਆਪਣੀ ਡਿਊਟੀ ਨੂੰ ਅੱਛੇ ਤਰੀਕੇ ਦੇ ਨਾਲ ਪਰਫਾਰਮ ਨਹੀਂ ਕਰਦਾ ਤਾਂ ਉਸ ਦੇ ਅਗੇਂਸਟ ਇਹ ਰਿਟ ਜਾਰੀ ਕੀਤੀ ਜਾਂਦੀ ਹੈ ਮੈਂਡੇਮਸ ਰਿਟ।
जो फंडामेंटल राइट्स के रिगार्डिंग भी जारी की जाती है। सो ये तीनों के तीनों ही ऑप्शन बिल्कुल सही ने। सो ऑप्शन डी इज अ राइट आंसर कि तिन्ना कम्मां दे लई ही जिहड़ी मैंडेमस रिट है वो जारी की जाती है। रिट्स आर इंपॉर्टेंट फॉर आवर एग्जाम। नेक्स्ट क्वेश्चन है कहते विच आर्टिकल ऑफ द इंडियन कॉन्स्टिट्यूशन प्रोवाइड्स फॉर अ गवर्नर। कहते केड़ा आर्टिकल है, विच आर्टिकल कहते हो साडा केड़ा आर्टिकल है इंडिया कॉन्स्टिट्यूशन का जो किस दे लई हुंदा है, जो गवर्नर दे लई हुंदा है। कहते विच आर्टिकल ऑफ द इंडियन कॉन्स्टिट्यूशन प्रोवाइड फॉर अ गवर्नर। सो प्रोवाइड फॉर अ गवर्नर जेड़ा किसी गवर्नर दे लई प्रोवाइड किया जाता है किस आर्टिकल दे विच दस्सिया जाता है। सो कई बार बोलते एडिशनल पॉइंट्स लिखाते हुए मेरे को कोई गलती दे नाल जो नेम है अगे पिछे बोलिया जाता है तो वो सॉरी है बिकॉज फ्लो दे विच कई बार पता नहीं लगता। ठीक है, सो उन्होंने चीज़ों को इग्नोर कर दिया करो। कमेंट बॉक्स के तुम दस देने हो दैट्स अ वेल एंड गुड। सो पूछा गया है कि जो गवर्नर है गवर्नर के लिए केड़ा आर्टिकल प्रोवाइड किया गया सारे कॉन्स्टिट्यूशन दे विच। सब तो पहला पता होना चाहिए कि गवर्नर है कौन है। ठीक है जी, इसनों अपॉइंट कौन करता है, इस ये ओथ किसनों देंदा है, इसनों ये अपना रिजाइन किसनों देंदा है, कि यह की कम है वो चीज़ा पता होनी चाहिए। सबनों पता होना चाहिए कि जो साडा गवर्नर है इसनों अपॉइंट किया जाता है बाय प्रेसीडेंट। प्रेसीडेंट के द्वारा अपॉइंट किया जाता है। ये किसी स्टेट दे विच छड्डिया गया सेंटर का की हुंदा है, एजेंट भी हुंदा है। ठीक है, एजेंट भी हुंदा है। ठीक है जी, सो ये अपनी ओथ किसनों देंदा है, ये प्रेसीडेंट नूं देंदा है, ते अपना रिजाइन भी किसनों देंदा है, ये प्रेसीडेंट नूं ही देंदा है। सॉरी, ओथ ये अपनी चीफ जस्टिस ऑफ हाई कोर्ट नूं देगा ते अपना जो रिजाइन है ये किसनों देगा, ये प्रेसीडेंट नूं देगा। सो इहदे लई जो आर्टिकल है वो है जी ऑप्शन बी आर्टिकल 153 कि साडे गवर्नर बारे जो आर्टिकल दिता गया वो केड़ा दिता गया, आर्टिकल 153। सो ये पावर्स भी सेम, इहदा जो काम हुंदा सेम जिवें सेंटर दे विच प्रेसीडेंट दा हुंदा सेम गवर्नर कोल भी काम हुंदा। ठीक है, बट एक तो ये प्रेसीडेंट की डिप्लोमैटिक पावर नहीं हुंदी, जो आप डिप्लोमैटिक पावर डिस्कस की सी प्रेसीडेंट की वो नहीं हुंदी ये गवर्नर कोल, ते ना ही यह सेंटेंस टू डैथ नूं माफ कर सकता। ठीक है जी, सेंटेंस टू डैथ नूं भी माफ नहीं कर सकता जो गवर्नर है, बट ऑन द अदर हैंड प्रेसीडेंट कर सकता है। बाकी ऑलमोस्ट सेम पावर्स जो प्रेसीडेंट कोल है सेम ही किदे कोल है, गवर्नर कोल है। सो इस तो इलावा गवर्नर साडा अगर साडी जो कोई स्टेट है कॉन्स्टिट्यूशनल मैनर्स दे नाल नहीं चल रही तो अंडर आर्टिकल 365 वो की कर सकता है, सॉरी आर्टिकल एक तो 356 याद रखना है तुसी, जिस दे अंडर की लगती है स्टेट एमरजेंसी लगती है। तो स्टेट एमरजेंसी वो की कर सकते हैं, स्टेट एमरजेंसी लगन दे विच अपना रोल प्ले कर सकता है। एक रिपोर्ट बना के प्रेसीडेंट नूं देंदा अंडर आर्टिकल 365 कि जो साडी स्टेट है कॉन्स्टिट्यूशनल मैनर्स के नाल काम नहीं कर रही तो उस केस दे विच प्रेसीडेंट एमरजेंसी इंपोज कर सकता है आफ्टर किथे उस स्टेट दे विच। नेक्स्ट क्वेश्चन है जी साडा कहते विच ऑफ द फॉलोइंग वाज नॉट एडेड टू द डायरेक्टिव प्रिंसिपल्स बाय 42nd अमेंडमेंट ऑफ द कॉन्स्टिट्यूशन। कहते नीचे दित्तियां दे विचों केड़ी प्रोविजन है जो डायरेक्टिव प्रिंसिपल ऑफ स्टेट पॉलिसीज दे विच DPSPs दे विच 42nd अमेंडमेंट 1976 दे नाल ऐड नहीं की गई। सबनों पता होना चाहिए कि सब तो वड्डी अज तक जिहड़ी कॉन्स्टिट्यूशन अमेंडमेंट संविधानिक सोध हुई है केड़ी हुई है 42nd अमेंडमेंट 1976। उस दे विच बहुत सारिया संविधान दे विच सोधा कीतियां गईयां। उस समय DPSPs दे विच भी कुछ प्रोविजनस नूं ऐड किया गया सी। पूछा गया कि केड़ी प्रोविजन है जिहड़ी 42nd अमेंडमेंट दे नाल ऐड नहीं की गई, नॉट एडेड बाय 42nd अमेंडमेंट। सो पहली है कहते पार्टिसिपेशन ऑफ वर्कर्स इन मैनेजमेंट ऑफ इंडस्ट्रीज। कहते इंडस्ट्रीज की मैनेजमेंट दे विच वर्कर भी पार्टिसिपेट करनगे। यही गल किहदे विच दित्ती गई है, DPSPs दे विच दित्ती गई है। ठीक है, 43A आर्टिकल समथिंग कुछ है। ठीक है, एक किहदे च दित्ता गया, DPSPs दे विच दित्ता गया ते यह 42nd अमेंडमेंट दे नाल ही ऐड किया गया सी। नैक्सट है इक्वल जस्टिस एंड फ्री लीगल एड। यह आर्टिकल 390A है। ठीक है, 39 सॉरी 390 नहीं 39 आर्टिकल ए है जिसनों ऐड किया गया 42nd अमेंडमेंट दे नाल।
ਪ੍ਰੋਟੈਕਸ਼ਨ ਆਫ ਚਿਲਡਰਨ ਐਂਡ ਯੂਥ ਫਰੋਮ ਐਕਸਪਲੋਇਟੇਸ਼ਨ, ਕਿ ਜਿਹੜੀ ਚਿਲਡਰਨ ਤੇ ਸਾਡੇ ਯੂਥ ਦੀ ਜਿਹੜੀ ਪ੍ਰੋਟੈਕਸ਼ਨ ਹੈ ਕਰਨੀ ਹੈ ਕਿਸ ਤੋਂ, ਐਕਸਪਲੋਇਟੇਸ਼ਨ ਤੋਂ। ਇਹ 39 ਕਲੌਜ਼ ਐਫ ਦੇ ਵਿੱਚ ਐਡ ਕੀਤਾ ਗਿਆ ਡੀਪੀਐਸਪੀਸ ਦੇ ਵਿੱਚ 42nd ਅਮੈਂਡਮੈਂਟ ਦੇ ਨਾਲ। ਬਟ ਜੋ ਸਾਡਾ यूनिफॉर्म सिविल कोड है, यूनिफॉर्म सिविल कोड है आर्टिकल 44th, इसनू साडी 42nd अमेंडमेंट दे नाल ऐड नहीं किया गया। ऑप्शन सी इज अ राइट आंसर। बाकी सारियां चीज़ां 42nd अमेंडमेंट दे नाल ही डीपीएसपीस दे विच ऐड कीतियां गईयां। डीपीएसपीस किन्ने आर्टिकल नू कंटेन करदा है? आर्टिकल 36 तो लैके 51 आर्टिकल तक, ठीक है जी। ते पार्ट किहड़ा है जी? पार्ट है 4th। डीपीएसपीस हुंदे की है कि वो चीज़ां जिसनू यूज करके साडी गवर्नमेंट की है पॉलिसी बनाउंदी है। ते डीपीएसपी साडे इनफोर्सेबल या जस्टिसेबल नहीं हुंदे, ठीक है। कहण दा भाव अगर ये सानू ना मिलण तां असीं कोर्ट दे विच नहीं जा सकदे। यह कॉन्सैप्ट असीं किस कंट्री तो अडॉप्ट कीता है? मैं बहुत बार दस चुकी है, तुसीं कमेंट बॉक्स दे विच दसोगे कि किस कंट्री तो अडॉप्ट किया गया। नैक्सट क्वेश्चन है, fourth question at this series था, for how long can the vice president act as the president when president is not able to perform his duties due to his resignation, removal, death and otherwise? कहते कई कारण हो सकते हैं जिन्ना कारणा करके जो साडे प्रेसिडेंट है वो एज अ प्रेसिडेंट सर्व नहीं कर पाते, ਜਾਂ ਤਾਂ ਉਹਨਾਂ ਨੇ ਰਿਜ਼ਾਈਨ ਦੇਤਾ ਹੋਵੇ, ਜਾਂ ਡਿਊਰਿੰਗ ਆਫਿਸ ਉਹਨਾਂ ਦੀ ਡੈਥ ਹੋ ਗਈ ਹੋਵੇ, ਜਾਂ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਹੋਵੇ। ਤਾਂ ਉਹਨਾਂ ਦੀ ਜਗ੍ਹਾ ਤੇ ਪ੍ਰੈਜ਼ੀਡੈਂਟ ਦੀ ਜਗ੍ਹਾ ਤੇ ਕੌਣ ਐਜ਼ ਅ ਪ੍ਰੈਜ਼ੀਡੈਂਟ ਸਰਵ ਕਰਦੇ? ਸਾਡੇ ਵਾਈਸ ਪ੍ਰੈਜ਼ੀਡੈਂਟ ਸਰਵ ਕਰਦੇ ਨੇ। ਤੇ ਪੁੱਛਿਆ ਗਿਆ ਕਿ ਮੈਕਸਿਮਮ ਕਿੰਨੇ ਸਮੇਂ ਦੇ ਲਈ ਵਾਈਸ ਪ੍ਰੈਜ਼ੀਡੈਂਟ ਐਜ਼ ਅ ਪ੍ਰੈਜ਼ੀਡੈਂਟ ਸਰਵ ਕਰ ਸਕਦੇ ਨੇ? ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਿਦਿਨ 6 ਮੰਥ ਉਹਨਾਂ ਨੂੰ ਵਾਪਿਸ ਆਉਣਾ ਪੈਂਦਾ। ਮੈਕਸਿਮਮ 6 ਮੰਥ ਦੇ ਲਈ ਵਾਈਸ ਪ੍ਰੈਜ਼ੀਡੈਂਟ ਸਾਡੇ ਜੋ ਐਜ਼ ਅ ਪ੍ਰੈਜ਼ੀਡੈਂਟ ਸਰਵ ਕਰਦੇ ਨੇ। ਵਾਈਸ ਪ੍ਰੈਜ਼ੀਡੈਂਟ ਕੌਣ ਹੁੰਦੇ ਨੇ? ਐਕਸ ਆਫਿਸ ਕੋ ਚੇਅਰਮੈਨ ਆਫ ਰਾਜ ਸਭਾ। ਜਿਸ ਸਮੇਂ ਉਹ ਐਜ਼ ਅ ਪ੍ਰੈਜ਼ੀਡੈਂਟ ਸਰਵ ਕਰਨਗੇ ਤਾਂ ਉਹਨਾਂ ਨੂੰ ਸਿਰਫ ਪ੍ਰੈਜ਼ੀਡੈਂਟ ਦੀ ਹੀ ਸੈਲਰੀ ਦਿੱਤੀ ਜਾਏਗੀ, ਨਾ ਕਿ ਵਾਈਸ ਪ੍ਰੈਜ਼ੀਡੈਂਟ ਦੀ, ਠੀਕ ਹੈ ਜੀ। अगर वाइस प्रेसिडेंट भी ना हो तो चीफ जस्टिस ऑफ इंडिया एज अ प्रेसिडेंट सर्व करेंगे। ये एक बार ही होया जदों जाकिर हुसैन की डेथ हो गई सी, वीवी गिरी ने अपना रिजाइन करता सी ते मुहम्मद हदायतुल्ला साडे चीफ जस्टिस ऑफ इंडिया ने जिन्हां ने एज अ प्रेसिडेंट सर्व किया सी। प्रेसिडेंट बनने के लिए उम्र कितनी होनी चाहिए? 35 साल। 35 साल होनी चाहिए वाइस प्रेसिडेंट बनने के लिए। चीफ जस्टिस ऑफ इंडिया की रिटायरमेंट एज कितनी होंगी है? 65 ईयर, ठीक है जी। सो ये चीज़ां ने साडे प्रेसिडेंट, वाइस प्रेसिडेंट ते साडे चीफ जस्टिस ऑफ इंडिया दी। नैक्सट क्वेश्चन है, कहते हु कैन मेक लॉज ऑन एनी मैटर इन द स्टेट लिस्ट फॉर इंप्लीमेंटिंग द इंटरनेशनल ट्रीटीज, एग्रीमेंट्स और कन्वेंशनस। कहते इन्हां केसेस दे विच कौन लॉ बनांदा है? क्वेश्चन की है, कहते हु कैन मेक लॉज ऑन एनी मैटर, कहते कौन लॉ बनांदा है उन्हां मैटर्स के उत्ते इन द स्टेट लिस्ट फॉर इंप्लीमेंटिंग द इंटरनेशनल ट्रीटीज, जो इंटरनेशनल अंतरराष्ट्रीय लैवल के उत्ते ट्रीटीज वगैरह साइन करना है, कोई एग्रीमेंट साइन करना है ऑन द बिहाफ ऑफ स्टेट, तो कौन लॉ बनांदा है? कि प्राइम मिनिस्टर, वाइस प्रेसिडेंट, पार्लीमेंट के काउंसिल ऑफ मिनिस्टर। ये तो सबनों पता होएगा कि जेडे लॉज ने वो किहदे द्वारा बनाए जाते हैं? वो बनाए जाते हैं जी पार्लीमेंट के द्वारा। पार्लीमेंट के द्वारा बनाए जाते हैं। आर्टिकल 79 की कहता है कि पार्लीमेंट किनू किनू कंसिस्ट करती है? लोक सभा, राज्य सभा एंड साडे प्रेसिडेंट नू कंसिस्ट करती है साडी पार्लीमेंट। लोक सभा दे विच मैक्सीमम किन्ने मैंबर हो सकते हैं? लोक सभा दे विच मैक्सीमम 550 हो सकते हैं। अज की घड़ी दे विच पहला 545 सी ते हुण किन्ने चल रहे हैं? 543, बिकॉज 2 एंग्लो इंडियन मैंबरस नू 104th अमेंडमेंट दे नाल कंडीशन चक दी गई है। राज्य सभा दे विच मैक्सीमम मैंबर किन्ने हो सकते हैं? 250 हो सकते हैं। एट प्रेजेंट 245 चल रहे हैं, जिहदे विचों 12 मैंबर नॉमीनेट किए जाते हैं बाय प्रेसिडेंट, ठीक है जी। एक साडे प्रेसिडेंट हुंदे ने। प्रेसिडेंट नू इलैक्ट कौन करता है? इलैक्टेड मैंबर ऑफ पार्लीमेंट, इलैक्टेड मैंबर ऑफ स्टेट लैजिस्लेटिव असैम्बलीज एंड इलैक्टेड मैंबर ऑफ दिल्ली, पांडिचेरी एंड जम्मू एंड कश्मीर। वाइस प्रेसिडेंट नू कौन
ਇਲੈਕਟ ਕਰਦਾ, ਇੱਕ ਇਲੈਕਟੋਰਲ ਕਾਲਜ ਹੁੰਦਾ ਜਿਹਦੇ ਵਿੱਚ ਸਾਰੇ ਦੇ ਸਾਰੇ ਮੈਂਬਰ ਇਲੈਕਟਡ ਐਂਡ ਨੋਮੀਨੇਟਡ ਮੈਂਬਰ ਹੁੰਦੇ ਨੇ ਕਿਤੇ ਪਾਰਲੀਮੈਂਟ ਦੇ। ਪ੍ਰੈਸੀਡੈਂਟ ਨੂੰ ਨਾ ਹੀ ਨੋਮੀਨੇਟ ਕੀਤਾ ਜਾਂਦਾ ਹੈ ਨਾ ਹੀ ਇਲੈਕਟ ਕੀਤਾ ਜਾਂਦਾ, ਇਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਬਾਈ ਹੂਮ, ਇਹਨਾਂ ਨੂੰ ਪ੍ਰੈਸੀਡੈਂਟ ਦੇ ਦੁਆਰਾ ਹੀ ਅਪਾਇੰਟ ਕੀਤਾ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, which of the following are affect due to national emergency। ਕਹਿੰਦੇ ਨੈਸ਼ਨਲ ਐਮਰਜੈਂਸੀ ਦੇ ਨਾਲ ਨੀਚੇ ਦਿੱਤਿਆਂ ਦੇ ਵਿੱਚੋਂ ਕੌਣ-ਕੌਣ ਅਫੈਕਟ ਹੁੰਦਾ ਹੈ, ਤੇ ਇਹ ਪਤਾ ਹੋਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਅਫੈਕਟ ਹੁੰਦਾ ਹੈ। ਸਭ ਤੋਂ ਪਤਾ ਹੋਣਾ ਚਾਹੀਦਾ ਪਹਿਲਾਂ ਕਿ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਉਹ ਕਿਸ ਆਰਟੀਕਲ ਦੇ ਅੰਡਰ ਲੱਗਦੀ ਹੈ। ਮੈਂ ਬਹੁਤ ਵਾਰ, ਇਹ ਤਾਂ ਤੁਹਾਨੂੰ ਟਿਪਸ ਤੇ ਹੋ ਗਿਆ ਹੋਣਾ ਚਾਹੀਦਾ। ਨੈਸ਼ਨਲ ਐਮਰਜੈਂਸੀ ਲੱਗਦੀ ਹੈ ਜੀ ਸਾਡੀ ਆਰਟੀਕਲ 352 ਦੇ ਅੰਡਰ, 3 ਕੇਸਿਸ ਦੇ ਅੰਡਰ, ਵਾਰ ਹੋਵੇ, ਐਕਸਟਰਨਲ ਐਗਰੈਸ਼ਨ ਹੋਵੇ ਜਾਂ ਫਿਰ ਆਰਮਡ ਫੋਰਸਿਸ ਹੋਣ। ਆਰਮਡ ਰਿਬੇਲੀਅਨ ਹੈ ਜੋ ਉਹ ਕਿਸ ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ ਵਰਡ ਹੈ, 44 ਅਮੈਂਡਮੈਂਟ 1978 ਦੇ ਨਾਲ ਐਡ ਕੀਤਾ ਗਿਆ। ਸੋ ਨੈਸ਼ਨਲ ਐਮਰਜੈਂਸੀ ਆਰਟੀਕਲ 352 ਦੇ ਵਿੱਚ ਲੱਗਦੀ ਹੈ, ਤੇ ਕੈਬਨਿਟ ਵਰਡ ਹੈ ਜੋ ਉਹ ਵੀ ਕਿੱਥੇ ਯੂਜ਼ ਕੀਤਾ ਗਿਆ, ਆਰਟੀਕਲ 352 ਦੇ ਵਿੱਚ। ਕਹਿੰਦੇ ਹੁਣ ਜਿਹੜੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਉਹਦੇ ਵਿੱਚ ਨੀਚੇ ਦਿੱਤਿਆਂ ਦੇ ਵਿੱਚੋਂ ਕੌਣ-ਕੌਣ ਅਫੈਕਟ ਹੁੰਦਾ। ਹੁਣ ਆਪਾਂ ਦੇਖਦੇ ਜਾਵਾਂਗੇ ਕੌਣ ਅਫੈਕਟ ਹੁੰਦੇ ਤੇ ਕਿਸ ਤਰੀਕੇ ਦੇ ਨਾਲ ਅਫੈਕਟ ਹੁੰਦਾ। ਪਹਿਲਾਂ ਕਹਿੰਦੇ ਸੈਂਟਰ ਤੇ ਸਟੇਟ ਦੇ ਰਿਲੇਸ਼ਨ, ਬਿਲਕੁਲ ਸਹੀ। ਕਹਿੰਦੇ ਜਦੋਂ ਐਮਰਜੈਂਸੀ ਲੱਗ ਜਾਂਦੀ ਹੈ ਨਾ ਉਸ ਸਮੇਂ ਜਿਹੜੇ ਸੈਂਟਰ ਤੇ ਸਟੇਟ ਦੇ ਰਿਲੇਸ਼ਨ ਹੁੰਦੇ ਨੇ ਉਹ ਕੀ ਹੁੰਦੇ ਨੇ, ਅਫੈਕਟ ਹੁੰਦੇ ਨੇ। ਕਿਵੇਂ ਹੁੰਦੇ ਨੇ, ਕਿਉਂਕਿ ਹੁਣ ਸਟੇਟ ਜਦੋਂ ਨੈਸ਼ਨਲ ਐਮਰਜੈਂਸੀ ਲੱਗ ਗਈ ਸਾਡੀ ਕੰਟਰੀ ਦੇ ਵਿੱਚ, ਤਾਂ ਸਟੇਟ ਦੇ ਵਿੱਚ ਅਗਰ ਕੋਈ ਲਾਅ ਬਣਾਉਣੇ ਨੇ ਤਾਂ ਉਹ ਕੌਣ ਬਣਾਉਂਦੀ ਹੈ, ਸੈਂਟਰ ਹੀ ਬਣਾਉਂਦੀ ਹੈ। ਬਿਕਾਜ਼ ਸੈਂਟਰ ਕੀ ਹੋ ਜਾਂਦੇ, ਸਟਰੋਂਗ ਹੋ ਜਾਂਦੀ ਹੈ ਨੈਸ਼ਨਲ ਐਮਰਜੈਂਸੀ ਦੇ ਸਮੇਂ ਐਜ਼ ਕੰਪੇਅਰ ਟੂ ਸਟੇਟ। ਨੈਕਸਟ ਹੈ, ਸੋ ਸੈਂਟਰ ਸਟੇਟ ਰਿਲੇਸ਼ਨਸ਼ਿਪ ਅਫੈਕਟ ਹੋਣਗੇ। ਨੈਕਸਟ ਹੈ, ਕਹਿੰਦੇ ਜਦੋਂ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਲੋਕ ਸਭਾ ਦੀ ਜਿਹੜੀ ਲੋਕ ਸਭਾ ਤੇ ਜਿਹੜੀ ਸਟੇਟ ਅਸੈਂਬਲੀਜ਼ ਹੈ ਉਹਨਾਂ ਦੀ ਲਾਈਫ ਕੀ ਹੋ ਜਾਂਦੀ ਹੈ, ਵੱਧ ਜਾਂਦੀ ਹੈ। ਲੋਕ ਸਭਾ ਦੀ 1 ਸਾਲ ਕੀ ਹੈ, ਲਾਈਫ ਵੱਧ ਜਾਂਦੀ ਹੈ। ਜਿਹੜੀ ਸਰਕਾਰ ਕੰਟੀਨਿਊਇੰਗ ਹੁੰਦੀ ਹੈ ਉਹੀ ਚੱਲਦੀ ਰਹਿੰਦੀ ਹੈ ਮੈਕਸਿਮਮ ਇੱਕ ਟਾਈਮ ਦੇ ਲਈ। ਨੈਕਸਟ ਹੈ ਕਹਿੰਦੇ ਫੰਡਾਮੈਂਟਲ ਰਾਈਟਸ, ਵੈਰੀ ਓਬਵੀਅਸਲੀ ਜੋ ਫੰਡਾਮੈਂਟਲ ਰਾਈਟਸ ਨੇ ਉਹ ਵੀ ਅਫੈਕਟ ਹੁੰਦੇ ਨੇ। ਕਿਵੇਂ, ਆਰਟੀਕਲ 358 ਦੇ ਅੰਡਰ, ਆਰਟੀਕਲ 358 ਦੇ ਅੰਡਰ ਜੋ ਸਾਡਾ ਆਰਟੀਕਲ 19 ਹੈ, ਜੋ ਸਾਡਾ ਫੰਡਾਮੈਂਟਲ ਰਾਈਟ ਹੈ, ਰਾਈਟ ਟੂ ਫਰੀडम, ਇਹ ਕੀ ਹੋ ਜਾਂਦਾ ਹੈ, ਸਸਪੈਂਡ ਹੋ ਜਾਂਦਾ ਹੈ ਆਟੋਮੈਟਿਕਲੀ। ਤੇ ਆਰਟੀਕਲ 359 ਦੇ ਅੰਡਰ, ਆਰਟੀਕਲ 359 ਦੇ ਅੰਦਰ ਅਦਰ ਦੈਨ 19 ਆਰਟੀਕਲ ਸਸਪੈਂਡ ਹੋ ਜਾਂਦੇ ਨੇ। ਕਿਸ ਨੂੰ ਛੱਡ ਕੇ, ਆਰਟੀਕਲ 20 ਐਂਡ 21 ਨੂੰ ਛੱਡ ਕੇ ਸਾਰੇ ਫੰਡਾਮੈਂਟਲ ਰਾਈਟਸ ਕੀ ਹੋ ਜਾਂਦੇ ਨੇ, ਸਸਪੈਂਡ ਹੋ ਜਾਂਦੇ ਨੇ। ਸੋ ਜੋ ਆਰਟੀਕਲ 19 ਹੈ ਉਹ ਸਿਰਫ ਉਹਨਾਂ ਕੇਸਿਸ ਦੇ ਵਿੱਚ ਹੀ ਸਸਪੈਂਡ ਹੋਏਗਾ ਜਦੋਂ ਵਾਰ ਦਾ ਕੇਸ ਹੋਵੇ ਤੇ ਐਕਸਟਰਨਲ ਅਗਰੈਸ਼ਨ ਦਾ। ਆਰਮਡ ਰਿਬੇਲੀਅਨ ਦੇ ਕੇਸਿਸ ਦੇ ਵਿੱਚ 19 ਆਰਟੀਕਲ ਸਸਪੈਂਡ ਨਹੀਂ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੀ ਸਾਡੀਆਂ ਨੈਸ਼ਨਲ ਐਮਰਜੈਂਸੀ ਦੇ ਡਿਊਰਿੰਗ। ਨੈਸ਼ਨਲ ਐਮਰਜੈਂਸੀ ਜੋ ਹੈ ਉਹ ਕਿੰਨੇ ਟਾਈਮ ਦੇ ਲਈ ਲੱਗਦੀ ਹੈ, ਇਹ ਪਤਾ ਹੋਣਾ ਚਾਹੀਦਾ ਕਿ ਨੈਸ਼ਨਲ ਐਮਰਜੈਂਸੀ ਪਹਿਲਾਂ 6 ਮੰਥ ਦੇ ਲਈ ਲੱਗਦੀ ਹੈ। ਜਦੋਂ ਇਹ ਪ੍ਰੈਸੀਡੈਂਟ ਦੇ ਦੁਆਰਾ ਪ੍ਰੋਕਲੇਮ ਕਰ ਦਿੱਤੀ ਜਾਂਦੀ ਹੈ ਤਾਂ ਵਿਦਿਨ 1 ਮੰਥ ਇਹ ਸਪੈਸ਼ਲ ਮੈਜੋਰਿਟੀ ਦੇ ਨਾਲ ਇਸ ਨੂੰ ਪਾਸ ਕਰਵਾਉਣਾ ਪੈਂਦਾ ਹੈ ਦੋਨਾਂ ਹਾਊਸਿਸ ਦੇ ਵਿੱਚ। ਆਫਟਰ ਦੈਟ ਇਹ 6 ਮੰਥ ਦੇ ਲਈ ਕੰਟੀਨਿਊ ਕੀਤੀ ਜਾਂਦੀ ਹੈ ਤੇ ਇਹ ਮੈਕਸਿਮਮ ਕਿੰਨੇ ਟਾਈਮ ਦੇ ਲਈ, ਮੈਕਸਿਮਮ ਇਨਡੈਫੀਨੇਟ ਟਾਈਮ ਪੀਰੀਅਡ ਦੇ ਲਈ, ਮੈਕਸਿਮਮ ਇਨਡੈਫੀਨੇਟ ਟਾਈਮ ਪੀਰੀਅਡ ਦੇ ਲਈ ਲੱਗ ਸਕਦੀ ਹੈ। ਔਨ ਦਾ ਅਦਰ ਹੈਂਡ ਜੋ ਸਾਡੀ ਸਟੇਟ ਐਮਰਜੈਂਸੀ ਹੈ ਜਾਂ ਪ੍ਰੈਜ਼ੀਡੈਂਟ ਰੂਲ ਹੈ ਉਹ ਮੈਕਸਿਮਮ 3 ਸਾਲ ਦੇ ਲਈ ਹੀ ਲੱਗ ਸਕਦਾ ਹੈ। ਨੈਕਸਟ ਕੁਐਸਚਨ ਹੈ ਜੀ, ਕਹਿੰਦੇ ਵਿਚ ਅਮੈਂਡਮੈਂਟ ਗਿਵ ਕਨਸਟੀਟਿਊਸ਼ਨਲ ਸਟੇਟਸ ਟੂ ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ। ਕਹਿੰਦੇ ਕਿਹੜਾ ਉਹ ਅਮੈਂਡਮੈਂਟ ਹੋਈ ਹੈ ਜਿਸ ਦੇ ਨਾਲ ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ ਨੂੰ ਕਨਸਟੀਟਿਊਸ਼ਨਲ ਸਟੇਟਸ ਮਿਲਿਆ। ਇਹ ਪਤਾ ਹੋਣਾ ਚਾਹੀਦਾ। ਇਹ ਹੋਈ ਹੈ ਜੀ ਸਾਡੀ 102 ਅਮੈਂਡਮੈਂਟ 2018 ਦੇ ਵਿੱਚ ਜੋ ਹੋਈ ਸੀ 102 ਅਮੈਂਡਮੈਂਟ, ਉਸ ਦੇ ਨਾਲ ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ ਨੂੰ ਕਨਸਟੀਟਿਊਸ਼ਨਲ ਸਟੇਟਸ ਮਿਲਦਾ। ਸੋ ਇਸੇ ਤਰੀਕੇ ਦੇ ਨਾਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕਿਹੜੀਆਂ ਬਾਡੀਜ਼ ਨੇ ਜਿਹੜੀਆਂ ਕਨਸਟੀਟਿਊਸ਼ਨਲ ਨੇ, ਕਿਹੜੀਆਂ ਨੇ ਜੋ ਐਕਸਟਰਾ ਕਨਸਟੀਟਿਊਸ਼ਨਲ ਬਾਡੀਜ਼ ਨੇ। ਅਗਰ ਆਪਾਂ ਕਨਸਟੀਟਿਊਸ਼ਨਲ ਬਾਡੀਜ਼ ਦੀ ਗੱਲ ਕਰੀਏ ਤਾਂ ਮੈਂ ਕੁਝ ਕੁ ਬਾਡੀਜ਼ ਦੱਸਦੀ ਹਾਂ ਕਿ ਕਿਹੜੀਆਂ ਕਨਸਟੀਟਿਊਸ਼ਨਲ ਬਾਡੀਜ਼ ਨੇ। ਜਿਵੇਂ ਸਾਡੀ ਇਲੈਕਸ਼ਨ ਕਮਿਸ਼ਨ ਹੋ ਗਿਆ,
ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਹੀ ਕਨਸਟੀਟਿਊਸ਼ਨਲ ਬਾਡੀ ਹੈ ਆਰਟੀਕਲ 324 ਦੇ ਅੰਡਰ। ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ ਜਿਸ ਨੂੰ UPSC ਵੀ ਕਹਿ ਦਿੰਦੇ ਨੇ, ਇਹ ਵੀ ਸਾਡੀ ਕਨਸਟੀਟਿਊਸ਼ਨ ਬਾਡੀ ਹੈ ਅੰਡਰ ਆਰਟੀਕਲ 315। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਟ੍ਰਿਬਿਊਨਲਸ ਆਰ ਆਲਸੋ ਸਾਡੀ ਕੀ ਹੈ ਕਨਸਟੀਟਿਊਸ਼ਨਲ ਬਾਡੀ। ਇਸ ਤੋਂ ਇਲਾਵਾ ਨੈਸ਼ਨਲ ਕਮਿਸ਼ਨ ਫॉर ਐਸਿਸ ਐਂਡ ਨੈਸ਼ਨਲ ਕਮਿਸ਼ਨ ਫॉर ਐਸਟੀਜ਼, ਇਹ ਵੀ ਕੀ ਹੈ ਸਾਡੀ ਕਨਸਟੀਟਿਊਸ਼ਨਲ ਬਾਡੀ। ਤੇ ਸਾਡੀ ਨੈਸ਼ਨਲ ਕਮਿਸ਼ਨ ਫॉर BCs ਨੂੰ ਕਦੋਂ ਕਨਸਟੀਟਿਊਸ਼ਨਲ ਸਟੇਟਸ ਮਿਲਿਆ 102 ਅਮੈਂਡਮੈਂਟ ਦੇ ਨਾਲ। ਅਗਰ ਆਪਾਂ ਐਕਸਟਰਾ ਕਨਸਟੀਟਿਊਸ਼ਨਲ ਦੀ ਬਾਡੀਜ਼ ਦੀ ਗੱਲ ਕਰੀਏ ਜਿਹੜੀਆਂ ਐਕਸਟਰਾ ਕਨਸਟੀਟਿਊਸ਼ਨਲ ਬਾਡੀਜ਼ ਨਹੀਂ ਨੇ, ਠੀਕ ਹੈ, ਤਾਂ ਇਹ ਸਾਡੇ ਆਰਟੀਕਲ 338 ਦੇ ਅੰਡਰ ਆ ਜਾਂਦੇ ਨੇ, ਠੀਕ ਹੈ, ਕਲੌਜ਼ਸ ਦੇ ਅੰਦਰ। ਤੇ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਕਨਸਟੀਟਿਊਸ਼ਨਲ ਬਾਡੀਜ਼ ਜਿਵੇਂ ਸਾਡੀ ਨੀਤੀ ਆਯੋਗ ਹੋਗੀ, ਠੀਕ ਹੈ, ਨੀਤੀ ਆਯੋਗ ਕਨਸਟੀਟਿਊਸ਼ਨਲ ਬਾਡੀ ਹੈ, ਕਨਸਟੀਟਿਊਸ਼ਨਲ ਬਾਡੀ ਨਹੀਂ ਹੈ। ਤਾਂ ਇਹ ਸੈਚੂਰੇਟਰੀ ਬਾਡੀ ਆਪਾਂ ਕਹਿ ਦਿੰਦੇ ਆ। ਤਾਂ ਇਹ ਕਦੋਂ ਬਣੀ ਸੀ 1 ਜਨਵਰੀ 2015 ਦੇ ਵਿੱਚ ਬਣੀ ਸੀ। ਇਹ ਸਾਡਾ ਥਿੰਕ ਟੈਂਕ ਕਿਹਾ ਜਾਂਦਾ ਹੈ ਜਿਸ ਨੂੰ। ਇਹ ਟੈਕਨੀਕਲ ਐਡਵਾਈਸਿਸ ਦਿੰਦੇ ਨੇ, ਸਟ੍ਰੈਟੇਜੀਕਲ ਜਾਂ ਫਿਰ ਟੈਕਨੀਕਲ ਐਡਵਾਈਸ ਦਿੰਦੀ ਹੈ ਨੀਤੀ ਆਯੋਗ ਸਟੇਟ ਐਜ਼ ਵੈਲ ਐਜ਼ ਸੈਂਟਰ ਨੂੰ, ਠੀਕ ਹੈ। ਨੀਤੀ ਆਯੋਗ ਹੋ ਗਿਆ, ਨੈਸ਼ਨਲ ਕਮਿਸ਼ਨ ਫॉर ਵੀਮਨਸ ਹੋ ਗਿਆ, ਨੈਸ਼ਨਲ ਕਮਿਸ਼ਨ ਫॉर ਮਾਈਨॉरिटीज ਹੋ ਗਿਆ, ਜਾਂ ਨੈਸ਼ਨਲ ਹਿਊਮਨ ਕਮਿਸ਼ਨ, ਠੀਕ ਹੈ, ਹਿਊਮਨ ਰਾਈਟ ਕਮਿਸ਼ਨ, ਉਹ ਸਾਰੀਆਂ ਐਕਸਟਰਾ ਕਨਸਟੀਟਿਊਸ਼ਨਲ ਬਾਡੀ ਹੈ। तो एग्जाम ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਬਾਡੀ ਐਕਸਟਰਾ ਕਨਸਟੀਟਿਊਸ਼ਨਲ ਹੈ ਜਾਂ ਫਿਰ ਕਿਹੜੀ ਕਨਸਟੀਟਿਊਸ਼ਨਲ ਬਾਡੀ ਹੈ। नेक्स्ट क्वेश्चन है कहते विच ऑफ द फॉलोइंग कम्स अंडर द टेरिटरी ऑफ इंडिया। कहते नीचे दित्तियां दे विचों केड़ी-केड़ी जगह है जिहड़ी इंडिया दी टेरिटरी दे अंडर आउंदी है। इस चीज की डेफिनेशन दित्ती गई है आर्टिकल 1 दे विच, जिस दे विच की दिता गया है। एक तो इंडिया का नेम मैंशन किया गया कि इंडिया का नेम है जी साडा भारत एंड इंडिया। इस तो इलावा दस्सिया कि जो साडा इंडिया है वो की फैडरल स्ट्रक्चरल है, ठीक है, फैडरल सॉरी थोड़ा पहला मैं दसिया कि एक तो दसिया गया आर्टिकल 1 दे अंडर, एक तो आर्टिकल 1 दे अंडर की कहा गया है कि साडे जो देश है उसका नाम की एक भारत है ते दूसरा की है इंडिया। इस तो इलावा साडी जो कंट्री है यूनियन ऑफ स्टेट्स है, ठीक है, ना कि फैडरल ऑफ स्टेट, यूनियन ऑफ स्टेट्स है। इस तो इलावा साडी कंट्री दे विच किहड़ी-किहड़ी टैरेटरीज आंदियां, 3 तरीके दी टैरेटरी दी गल कीती गई है आर्टिकल 1 दे अंडर। किहड़ी-किहड़ियां जिहड़ियां साडी यूनियन टैरेटरीज है जां साडी स्टेट दी टैरेटरीज है ते जिहड़ियां ओ टैरेटरीज मे बी एक्वायर इन फ्यूचर, जिहड़ियां इंडिया दे द्वारा इन फ्यूचर एक्वायर कीतियां जा सकदियां। ये 3 टैरेटरीज की गल कीती गई है आर्टिकल 1 दे अंडर। तां स्टेट, यूनियन टैरेटरीज ते जिहड़ियां टाइम दे अकॉर्डिंग मे बी एक्वायर कीतियां जा सकदियां इंडिया दे वल्लों। सो ऑप्शन डी इज द राइट आंसर। ऑल ऑफ द अबव इज द राइट आंसर ऑफ दिस क्वेश्चन। सो आर्टिकल 1 to 4 है यूनियन टैरेटरीज दे रिगार्डिंग। नेक्स्ट क्वेश्चन है जी साडा कहंदे विच टाइप ऑफ मेजॉरिटी इज रिक्वायर्ड फॉर प्रोक्लेमेशन ऑफ फाइनेंशियल एमरजेंसी। सबनों पता है कि साडे देश दे विच अज तक किहड़ा आर्टिकल यूज नहीं किया गया। किहड़ा आर्टिकल है जी साडे देश दे विच अज तक आर्टिकल 360 यूज नहीं किया गया। 360 आर्टिकल किस दे रिगार्डिंग है, ये है जी साडा फाइनेंशियल एमरजेंसी दे रिगार्डिंग। ते फाइनेंशियल एमरजेंसी इंडिया दे विच अज तक कदे नहीं लगी, ठीक है। सो पूछा गया है कि जिहड़ी फाइनेंशियल एमरजेंसी दे लई जिहड़ी प्रोविजन है जदों उहनूं प्रोक्लेम करना है तो किस मेजॉरिटी दे नाल कीता जाएगा। सबनूं पता होएगा कि जो नैशनल एमरजेंसी स्पैशल मेजॉरिटी दे नाल, प्रेसिडेंट रूल्स अ स्टेट एमरजेंसी अंडर आर्टिकल 356 बाय सिंपल मेजॉरिटी दे नाल, ते जो साडी फाइनेंशियल एमरजेंसी है वो भी किहदे नाल लगदी है, सॉरी ऑप्शन सी इज द राइट आंसर, स्पैशल मेजॉरिटी दे नाल, ठीक है जी। स्पैशल मेजॉरिटी दे नाल पास होने तो बाद की लगदी है साडी फाइनेंशियल एमरजेंसी लगदी है। नेक्स्ट क्वेश्चन है जी अज दी सीरीज दा कहंदे विच आर्टिकल स्टेट्स दैट देयर शैल बी अ काउंसिल ऑफ मिनिस्टर्स with the chief minister as the head to aid and advice of governor। क्वेश्चन की पूछा गया जिवें सानू पता है ना कि
क्वेश्चन की पूछा गया कि केड़ा आर्टिकल है जिस दे विच ये दस्सिया गया है कि जे साडे प्राइम मिनिस्टर सॉरी जो साडे गवर्नर ने गवर्नर ही दस्सिया ना आर्टिकल स्टेट दैट बी द काउंसिल ऑफ मिनिस्टर विद द चीफ मिनिस्टर एज हेड ऑफ एडवाइस ऑफ गवर्नर कि जो साडे गवर्नर ने ओह सीएम चीफ मिनिस्टर ते काउंसिल ऑफ मिनिस्टर दी एड एंड एडवाइस नाल ही काम करनगे। सब नूं पता है कि सेम ही गल अपलाई हुंदी है साडे प्रेसिडेंट दे उत्ते कि प्रेसिडेंट प्राइम मिनिस्टर ते काउंसिल ऑफ मिनिस्टर दी एड एंड एडवाइस सलाह मशवरे नाल ही काम करनगे। ये गल दित्ती गई है आर्टिकल 74 दे विच। ऑन द अदर हैंड गल कीती जावे इत्थे ते इत्थे दस्सिया गया आर्टिकल 163 दे अंडर। सो ऑप्शन सी इज अ राइट आंसर। ऑप्शन सी इज अ राइट आंसर। आर्टिकल 75 की कहंदा है आर्टिकल 75 की कहंदा है कहंदे प्राइम मिनिस्टर नूं अपॉइंट किया जाएगा प्रेसिडेंट दे द्वारा ते इस काउंसिल ऑफ मिनिस्टर्स नूं भी अपॉइंट किया जाएगा प्रेसिडेंट दे द्वारा बट एड एंड एडवाइस ऑफ प्राइम मिनिस्टर। ये गल की गई है आर्टिकल 75 दे विच। आर्टिकल 164 की कहंदा है आर्टिकल 164 की कहंदा है कि जो साडे सीएम ने इन्हां नूं अपॉइंट किया जाएगा गवर्नर दे द्वारा ते जो साडे काउंसिल ऑफ मिनिस्टर है उसनूं भी अपॉइंट किया जाएगा गवर्नर दे द्वारा विद एड एंड एडवाइस ऑफ साडे सॉरी विद एड एंड एडवाइस ऑफ सीएम। सो सेम जिहियां चीज़ां ने गवर्नर ते प्रेसिडेंट दे रिगार्डिंग जो एग्जाम पॉइंट ऑफ व्यू नाल इंपॉर्टेंट हो जांदी है। इस क्वेश्चन दा आंसर है जी 163 आर्टिकल। नेक्स्ट क्वेश्चन है जी विच ऑफ द फॉलोइंग लैंग्वेज वाज एडेड इन द 8th शेड्यूल द थ्रू 71st अमेंडमेंट एक्ट 1992। कहंदे नीचे दित्तियां दे विचों केड़ी ओह भाषा है जिहड़ी 71st अमेंडमेंट दे नाल ऐड कीती गई है। ये हुण तुसीं दसोगे कमेंट बॉक्स दे विच। मैं क्योंकि प्रीवियस लैक्चर दे विच करवा चुकी हाँ। सबनों पता होएगा कि जदों साडा संविधान 1950 दे विच बनिया सी उस समय जिहड़े शेड्यूल सी 8 शेड्यूल सी ते 8th शेड्यूल वाज आ रिगार्डिंग वट तो उस समय 8th शेड्यूल सी साडा लैंग्वेज ऑफिशियल लैंग्वेजेस दे रिगार्डिंग ते ऑफिशियल लैंग्वेजेस दे रिगार्डिंग अगर गल करिए तो साडे 1950 दे विच 14 ऑफिशियल लैंग्वेजेस सी जिस तो बाद 3 अमेंडमेंट दे नाल होर जो साडी ऑफिशियल लैंग्वेजेस नूं ऐड किया गया जो अज एट प्रेजेंट 22 ने। केड़ी अमेंडमेंट हुई 21st 71st ते 92 ते तुसी दसना है कि 71st अमेंडमेंट दे नाल केड़ियां लैंग्वेजेस ऐड कीतियां गईयां। 21st अमेंडमेंट 1967 दे नाल सिंधी लैंग्वेज ऐड की गई सी। बाकी हुण तुसी दसोगे सारी डिटेल कमेंट बॉक्स दे विच। होपफुली तुहानूं ये लैक्चर पसंद आया होएगा। थैंक यू सो मच। मिलते हैं नैक्सट लैक्चर दे विच। अगर लैक्चर पसंद आया तो शेयर एंड लाइक जरूर करना। थैंक यू सो मच।